ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ, ਚੜ੍ਹਦੀ ਕਲਾ ਸੇਵਾ ਟਰਸਟ ਤੋਂ ਆਪ ਜੀ ਦਾ ਹੋਸਟ। ਅੱਜ ਆਪ ਜੀ ਨੂੰ ਇੱਕ ਖਾਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ। ਸਾਡੇ ਨਾਲ ਜੁੜ ਬੈਠੇ ਨੇ ਵੀਰ ਸੁਖਵਿੰਦਰ ਸਿੰਘ ਜੀ, ਵਾਈਸ ਪ੍ਰਿੰਸੀਪਲ ਗੁਰਮਤ ਦਸ਼ਮੇਸ਼ ਗੁਰਮਤ ਵਿਦਿਆਲੇ ਬਾਲਾ ਸਾਹਿਬ ਤੋਂ। ਵੀਰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਆਪ ਜੀ ਜਾਣਦੇ ਹੋ ਕਿ ਅਸੀਂ ਪਹਿਲੇ ਚੰਗੇਰੀ ਮਾਂ ਇੱਕ ਪ੍ਰੋਗਰਾਮ ਲੈ ਕੇ ਆਏ ਸੀ। ਉਸ ਦੇ ਅੰਦਰ 1313 ਅਸੀਂ ਬੀਬੀਆਂ ਜੋ ਹੈਗੀਆਂ ਉਹਨਾਂ ਨੇ ਭਾਗ ਲਿਆ ਸੀ। ਪਰ ਸਾਨੂੰ ਬੜੀ ਖੁਸ਼ੀ ਹੋਈ ਕਿ ਅਸੀਂ ਇੱਕ ਚੰਗੇਰੀ ਮਾਂ ਲੱਭ ਰਹੇ ਸਨ, ਪਰ ਸਾਨੂੰ 1300 ਤੋਂ ਵੱਧ ਚੰਗੇਰੀ ਮਾਵਾਂ ਮਿਲੀਆਂ। ਤੇ ਉਹਦੇ ਵਿੱਚੋਂ ਹੀ ਸਾਡੇ ਨਾਲ ਬਹੁਤ ਸਾਰੀ ਮਾਵਾਂ ਨੇ ਆਪਣਾ ਇੰਟਰਸਟ ਦਿਖਾਇਆ ਕਿ ਅਸੀਂ ਤੁਹਾਡੇ ਨਾਲ ਜੁੜ ਕੇ ਤੇ ਇਸ ਸਿੱਖੀ ਦੇ ਪ੍ਰਚਾਰ ਨੂੰ ਹੋਰ ਅੱਗੇ ਵਧਾਵਾਂਗੇ। ਤੇ ਉਹ ਸਾਡੇ ਨਾਲ ਜੁੜ ਕੇ ਅੱਜ ਆਪ ਜੀ ਨੂੰ ਮੈਂ ਦੱਸਾਂ ਸੰਗਤ ਨੂੰ ਕਿ ਸਾਡੇ ਨਾਲ ਉਹ ਬੱਚਿਆਂ ਦੀਆਂ ਪੰਜਾਬੀ ਪੜ੍ਹਾਉਣ ਦੀਆਂ ਕਲਾਸਾਂ ਦੀ ਸੇਵਾ ਲਾ ਰਹੇ ਨੇ, ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਰਹੇ ਨੇ। ਬੜੇ ਹੀ ਇੰਟਰਸਟ ਔਰ ਉਤਸ਼ਾਹ ਮਿਲਦਾ ਹੈ ਉਹਨਾਂ ਨੂੰ ਦੇਖ ਕੇ। ਹੋਰ ਉਤਸ਼ਾਹ ਆਉਂਦਾ ਹੈ ਕਿ ਇਹ ਸਿੱਖੀ ਦਾ ਪ੍ਰਚਾਰ ਹੋਰ ਵੱਧ ਤੋਂ ਵੱਧ ਫੈਲੇ। ਤੇ ਦੂਜੀ ਗੱਲ, ਉਸ ਤੋਂ ਅਸੀਂ ਜਿਹੜਾ ਹੈਗਾ ਆਪ ਜੀ ਨੂੰ ਪਤਾ ਕਿ ਜਦੋਂ ਉਸਦਾ ਪਹਿਲਾਂ ਅਸੀਂ ਕੀਤਾ ਤੇ ਸਾਨੂੰ ਬੜਾ ਚੰਗਾ ਉਹਦਾ ਰਿਸਪਾਂਸ ਮਿਲਿਆ। ਉਸ ਤੋਂ ਬਾਅਦ ਅਸੀਂ ਇੱਕ ਹੋਰ ਉਹਦੇ ਅੰਦਰ ਬੱਚਿਆਂ ਨੇ ਭਾਗ ਨਹੀਂ ਲਿਆ ਸੀ ਤੇ ਸਾਨੂੰ ਬੱਚਿਆਂ ਦੇ ਬੜੀ ਸਾਰੀ ਫੋਨਸ ਆ ਰਹੀਆਂ ਸੀ ਕਿ ਸਾਡੇ ਵਾਸਤੇ ਵੀ ਤੁਸੀਂ ਕੋਈ ਲੈ ਕੇ ਆਓ। ਫਿਰ ਅਸੀਂ ਮੈਨੇਜਮੈਂਟ ਨੇ ਉਲੀਕਿਆ ਕਿ ਬੱਚਿਆਂ ਵਾਸਤੇ ਸਾਰਿਆਂ ਵਾਸਤੇ ਅਸੀਂ ਇੱਕ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਕਿਉਂਕਿ ਇਸ ਟਾਈਮ ਛੁੱਟੀਆਂ ਵੀ ਨੇ ਤੇ ਲਾਕਡਾਊਨ ਵਿੱਚ ਬੱਚੇ ਘਰ ਬੈਠੇ ਹੋਏ ਨੇ ਤੇ ਕਿਉਂ ਨਾ ਉਹਨਾਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਏ। ਤੇ ਜਦੋਂ ਅਸੀਂ ਵਿਚਾਰ ਕੀਤੀ ਤੇ ਅਸੀਂ ਇੱਕ ਸੋਚਿਆ ਕਿ ਜਦੋਂ ਅਸੀਂ ਚੰਗੇਰੀ ਮਾਂ ਦਾ ਪਹਿਲੇ ਰਾਊਂਡ ਵਿੱਚ ਪੇਪਰ ਕੀਤਾ ਸੀ ਤੇ ਸਾਨੂੰ 30-40 ਬੀਬੀਆਂ ਦਾ ਇੱਕ ਕੁਐਸਚਨ ਤੇ ਆਨਸਰ ਵਿੱਚ ਬੜੀ ਮਨ ਵਿੱਚ ਬੜੀ ਉਦਾਸੀ ਆਈ ਕਿ ਇਹ ਕੀ ਕਹਿ ਰਹੇ ਨੇ ਕਿ ਅਸੀਂ ਦੂਜੇ ਧਰਮ ਦੇ ਨਾਲ ਵਿਆਹ ਕਰ ਸਕਦੇ ਹਾਂ। ਇਹਦਾ ਮਤਲਬ ਕਿਤੇ ਨਾ ਕਿਤੇ ਸਾਡੇ ਜੋ ਪ੍ਰਚਾਰ ਹੈ ਉਹਦੇ ਅੰਦਰ ਬਹੁਤ ਵੱਡੀ ਘਾਟ ਹੈ। ਕਿਉਂ ਨਾ ਅਸੀਂ ਜੋ ਸਾਨੂੰ ਜੋ ਮਰਿਆਦਾ ਹੈ, ਜਿਸ ਮਰਿਆਦਾ ਦੇ ਅੰਦਰ ਅਸੀਂ ਰਹਿਣਾ ਹੈਗਾ, ਅਸੀਂ ਇਸ ਤਰ੍ਹਾਂ ਦੀ ਚੀਜ਼ ਲੈ ਕੇ ਆਈਏ ਕਿ ਅਸੀਂ ਦੂਜਿਆਂ ਨੂੰ ਵੀ ਜੋੜ ਪਾਈਏ। ਤੇ ਇਹ ਮਰਿਆਦਾ ਜਿਹੜੀ ਸਾਡੀ ਰਹਿਤ ਮਰਿਆਦਾ ਹੈਗੀ ਹੈ, ਅਸੀਂ ਇਸ ਨੂੰ ਹੋਰ ਸੰਗਤ ਦੇ ਅੰਦਰ ਵਿਚਾਰ ਕਰੀਏ ਤੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਅਸੀਂ ਸਾਡਾ ਜੋ ਜੀਵਨ ਹੈ, ਸਾਨੂੰ ਜੋ ਗੁਰੂਆਂ ਦੀ ਬਾਣੀ ਮਿਲੀ ਹੈ, ਉਸ ਤੋਂ ਜਿਹੜੀ ਹੈ ਰਹਿਤ ਮਰਿਆਦਾ ਆਈ ਹੈ, ਇਹ ਰਹਿਤ ਮਰਿਆਦਾ ਦੇ ਉੱਤੇ ਅਸੀਂ ਐਗਜ਼ਾਮ ਲੈ ਕੇ ਆਏ। ਐਗਜ਼ਾਮ ਸਾਡਾ 20 ਤਰੀਕ ਨੂੰ ਹੈਗਾ, ਹੋਰ ਇਸ ਦੀਆਂ ਕਲਾਸਾਂ ਵੀ ਚੱਲ ਰਹੀਆਂ ਨੇ। ਤੇ ਆਪ ਜੀ ਨੂੰ ਅਸੀਂ ਬੇਨਤੀ ਕੀਤੀ ਕਿ ਆਪ ਜੀ ਸਾਡੇ ਨਾਲ ਵਿਚਾਰ ਕਰੋ। ਅਸੀਂ ਆਪ ਜੀ ਦੇ ਬੜੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ। ਤੇ ਆਓ ਉਸ ਲੜੀ ਨੂੰ ਅਸੀਂ ਜਿਹੜਾ ਹੈਗਾ ਜੋੜਦੇ ਹੋਏ ਅਸੀਂ ਇਹ ਵਿਚਾਰਾਂ ਇੱਕ ਐਪੀਸੋਡ ਤੇ ਹੋ ਨਹੀਂ ਪਾਏਗੇ, ਤੁਹਾਡੀ ਜ਼ਰੂਰ 3-4 ਸਭਾਵਾਂ ਲਾਂਗੇ ਤੇ ਆਪ ਜੀ ਨਾਲ ਇਹ ਜ਼ਰੂਰ ਸਾਂਝੀਆਂ ਕਰਾਂਗੇ। ਤੇ ਸੰਗਤ ਨੂੰ ਮੈਂ ਇੱਕ ਹੋਰ ਬੇਨਤੀ ਵੀ ਕਰਦਿਆਂ, ਵੀਰ ਸੁਖਵਿੰਦਰ ਸਿੰਘ ਜੀ ਦਸ਼ਮੇਸ਼ ਗੁਰਮਤ ਵਿਦਿਆਲਾ ਜੁਝਾਰ ਸਿੰਘ ਗੁਰਮਤ ਵਿਦਿਆਲਾ ਰੋਪੜ ਤੋਂ ਇਹਨਾਂ ਨੇ ਆਪਣੀ ਜਿਹੜੀ ਸਿੱਖਿਆ ਹੈਗੀ ਹੈ ਗੁਰਮਤ ਦੀ ਉਹ ਲਈ ਹੋਈ ਹੈ। ਔਰ ਉਹ ਜਿਹੜਾ ਗੁਰਮਤ ਵਿਦਿਆਲਾ ਹੈ ਉਸਨੇ ਬਹੁਤ ਸਾਰੇ ਜੋ ਸਾਨੂੰ ਸਾਡੇ ਰਾਗੀ ਜਥੇ ਨੇ, ਜੋ ਸਾਡੇ ਗ੍ਰੰਥੀ ਸਿੰਘ ਨੇ, ਉਹ ਤਿਆਰ ਕੀਤੇ ਨੇ। ਔਰ ਉਹ ਉੱਥੋਂ ਤਿਆਰ ਕਰਕੇ ਦਰਬਾਰ ਸਾਹਿਬ ਹੋਰ ਦੇਸ਼ ਔਰ ਵਿਦੇਸ਼ਾਂ ਦੇ ਅੰਦਰ ਉਹ ਭੇਜਦੇ ਨੇ। ਬਹੁਤ ਵੱਡੀ ਉਹ ਸੇਵਾ ਨਿਭਾ ਰਹੇ ਨੇ। ਔਰ ਉਹ ਸਾਡੀ ਸੰਸਥਾ ਦੇ ਨਾਲ ਪੂਰੀ, ਜਦੋਂ ਵੀ ਅਸੀਂ ਉਹਨੂੰ ਕੋਈ ਵੀ ਕਿਤੇ ਦਿੱਕਤ ਆਉਂਦੀ ਹੈ, ਕਿਸੇ ਚੀਜ਼ ਦੀ ਮੁਸ਼ਕਲ ਆਉਂਦੀ ਹੈ ਜਾਂ ਕੋਈ ਚੀਜ਼ ਦੀ ਅਸੀਂ ਕਲੀਅਰੈਂਸ ਲੈਣੀ ਹੋਏ ਤੇ ਉਹ ਸਾਡੇ ਨਾਲ ਪੂਰਾ ਸਹਿਯੋਗ ਕਰਦੇ ਨੇ। ਔਰ ਅਸੀਂ ਉਹਨਾਂ ਦੇ ਵੀ ਬੜੇ ਧੰਨਵਾਦੀ ਹੈਗੇ ਹਾਂ। ਤੇ ਵੀਰ ਜੀ ਆਓ ਅਸੀਂ ਆਪਣਾ ਵਿਚਾਰ ਸ਼ੁਰੂ ਕਰੀਏ। ਵੀਰ ਜੀ, ਆਪ ਜੀ ਨੂੰ ਮੈਂ ਇੱਕ ਗੱਲ ਹੋਰ ਦੱਸਾਂ ਕਿ ਜਦੋਂ ਅਸੀਂ ਇਹ ਪੇਪਰ ਕੱਢਿਆ ਉਸ ਵਕਤ ਸਾਨੂੰ ਬਹੁਤ ਸਾਰੇ ਜਗ੍ਹਾ ਤੋਂ, ਯੂਪੀ ਹੈ, ਲਖਨਊ ਹੈ ਜਾਂ ਛੱਤੀਸਗੜ੍ਹ ਹੈ, ਬਿਹਾਰ ਹੈ, ਕਲਕੱਤਾ ਹੈ, ਉਹ ਬਹੁਤ ਸਾਰੇ ਬੱਚਿਆਂ ਦੇ ਕੁਐਸਚਨ ਆਏ। ਉਹਨਾਂ ਦਾ ਪਹਿਲਾ ਕੁਐਸਚਨ ਇਹ ਹੀ ਸੀਗਾ, ਉਹ ਕਿਉਂਕਿ ਪੰਜਾਬੀ ਨੂੰ ਬਹੁਤ ਜ਼ਿਆਦਾ ਨਹੀਂ ਜਾਣਦੇ, ਪਰ ਉਹਨਾਂ ਦਾ ਇੰਟਰਸਟ ਬੜਾ ਹੈਗਾ ਕਿਉਂਕਿ ਉੱਥੇ ਲੈਂਗੁਏਜ ਥੋੜੀ ਪੰਜਾਬੀ ਦੀ ਵਰਤੋਂ ਘੱਟ ਹੁੰਦੀ ਹੈ। सर ये बताइए, ये मर्यादा क्या होती है? ਇਸ ਤਰ੍ਹਾਂ ਦੇ ਸਾਨੂੰ ਕੁਐਸਚਨ ਆਏ ਤੇ ਸਾਨੂੰ ਲੱਗਿਆ ਕਿ ਕੋਈ ਨਾ ਕੋਈ ਇੱਕ ਐਸੀ ਚੀਜ਼ ਲੈ ਕੇ ਆਣੀ ਚਾਹੀਦੀ ਹੈ ਜਿਸ ਦੇ ਨਾਲ ਕਿ ਜੋ ਬੱਚਿਆਂ ਨੂੰ ਬੜੇ ਆਰਾਮ ਨਾਲ, ਬੜੇ ਸਹੀ ਮਤਲਬ ਸੌਖੇ ਢੰਗ ਨਾਲ ਸਮਝ ਆਏ ਕਿ ਇਹ ਮਰਿਆਦਾ ਹੈ ਕੀ ਹੈ। ਕਿਉਂਕਿ ਬਹੁਤ ਸਾਰੇ ਗੁਰਦੁਆਰੇ ਦੇ ਅੰਦਰ ਆਪ ਜੀ ਦੇਖੋ ਕਿ ਕਥਾ ਹੁੰਦੀ ਹੈ, ਗੁਰਬਾਣੀ ਹੁੰਦੀ ਹੈ, ਸਵੇਰੇ ਸ਼ਾਮ ਕੀਰਤਨ ਹੁੰਦਾ ਹੈ, ਪਰ ਇਸ ਤਰ੍ਹਾਂ ਦੀ ਚੀਜ਼ਾਂ ਦੀ ਥੋੜੀ ਵਰਤੋਂ ਘੱਟ ਹੁੰਦੀ ਹੈ। ਤੇ ਨਾਲ ਹੀ ਇੱਕ ਚੀਜ਼ ਮੈਂ ਆਪ ਜੀ ਨੂੰ ਹੋਰ ਦੱਸਾਂ, ਜਦੋਂ ਵੀ ਸਾਡੇ ਘਰ ਕੋਈ ਵੀ ਕਿਸੇ ਤਰ੍ਹਾਂ ਦਾ ਸਮਾਗਮ ਹੁੰਦਾ ਹੈ, ਚਾਹੇ ਆਨੰਦ ਕਾਰਜ ਦਾ ਹੋਏ ਚਾਹੇ ਕੋਈ ਹੋਰ ਹੋਏ, ਤੇ ਆਨੰਦ ਕਾਰਜ ਦੇ ਵਕਤ ਸਭ ਤੋਂ ਪਹਿਲੇ ਜਦੋਂ ਡੇਟ ਦੀ ਗੱਲ ਆਉਂਦੀ ਹੈ, ਮੁੰਡੇ ਕੁੜੀ ਦੀ ਡੇਟ ਕਦੋਂ ਰੱਖੀਏ, ਤੇ ਕਹਿੰਦੇ ਆ ਜੰਤਰੀ ਲੈ ਕੇ ਆਓ। ਅੱਜ ਤੱਕ ਮੈਂ ਨਹੀਂ ਸੁਣਿਆ ਕਿਸੇ ਪਰਿਵਾਰ ਨੇ ਕਿਹਾ ਹੋਏ
ਕਿ ਜੀ ਤੁਸੀਂ ਮਰਿਆਦਾ ਲੈ ਕੇ ਆਓ ਕਿ ਮਰਿਆਦਾ ਕੀ ਹੈਗੀ ਹੈ, ਅਸੀਂ ਆਨੰਦ ਕਾਰਜ ਕਿਸ ਮਰਿਆਦਾ ਨਾਲ ਕਰਨਾ ਹੈ। ਤੇ ਆਪ ਜੀ ਨਾਲ ਇਹ ਸਾਰੀ ਜਿਹੜੀ ਵਿਚਾਰਾਂ ਹੈਗੀਆਂ ਸਾਂਝੀਆਂ ਕਰਾਂਗੇ। ਆਪ ਜੀ ਨੂੰ ਅਸੀਂ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਜਦੋਂ ਵੀ ਅਸੀਂ ਆਵਾਜ਼ ਮਾਰਦੇ ਹਾਂ ਤੁਸੀਂ ਮੇਰੇ ਖਿਆਲ ਹੈ 10 ਮਿੰਟ ਦੇ ਨੋਟਿਸ ਹੀ ਸਾਡੇ ਨਾਲ ਫਟ ਦਸਤਾਰ ਸਜਾ ਕੇ ਤਿਆਰ ਹੋ ਕੇ ਸੱਜ ਬੈਠਦੇ ਹੋ। ਤੇ ਆਓ ਅਸੀਂ ਇਹ ਜਿਹੜੀ ਵਿਚਾਰਾਂ ਹੈਗੀਆਂ ਸ਼ੁਰੂ ਕਰੀਏ। ਪਹਿਲਾ ਕੁਐਸਚਨ ਮੇਰਾ ਇਹੀ ਹੈ ਕਿ ਵੀਰ ਜੀ ਇਹ ਰਹਿਤ ਮਰਿਆਦਾ ਜਿਹੜੀ ਹੈਗੀ ਹੈ ਕੀ ਹੈ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਚੜ੍ਹਦੀ ਕਲਾ ਸੇਵਾ ਟਰਸਟ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਸਾਰੇ ਪ੍ਰੋਗਰਾਮ ਸੰਗਤ ਨੂੰ, ਪੰਥ ਨੂੰ ਦਿੱਤੇ ਹੈਗੇ ਆ। ਔਰ ਇਹ ਜੋ ਰਹਿਤ ਮਰਿਆਦਾ ਦੀ ਵਿਚਾਰ ਆਪ ਜੀ ਸੰਗਤ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਇਹਦਾ ਐਗਜ਼ਾਮ ਰੱਖਿਆ ਹੈਗਾ, ਜਾਂ ਰਹਿਤ ਮਰਿਆਦਾ ਤੋਂ ਜਾਣੂ ਕਰਾਉਣਾ ਚਾਹੁੰਦੇ ਹੋ, ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈਗਾ ਜੋ ਆਪ ਜੀ ਨੇ ਚੜ੍ਹਦੀ ਕਲਾ ਸੇਵਾ ਟਰਸਟ ਨੇ ਉਲੀਕਿਆ ਹੈਗਾ। ਤੇ ਰਹਿਤ ਮਰਿਆਦਾ ਵੀਰ ਜੀ ਬੜਾ ਸਿੰਪਲ ਜਿਹਾ ਇਹਦਾ ਜਵਾਬ ਹੈਗਾ ਕਿ ਰਹਿਤ ਮਰਿਆਦਾ ਸਾਡਾ ਜੋ ਸਿੱਖ ਧਰਮ ਹੈਗਾ ਉਸ ਦਾ ਇੱਕ ਵਿਧਾਨ ਹੈ। ਠੀਕ ਹੈ, ਇਹ ਸਾਨੂੰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ ਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਜੂਰ ਸਾਹਿਬ, ਉਦੋਂ ਇੱਕ ਗੱਲ ਆਖੀ ਸੀ ਕਿ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ। ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਵਿੱਚ ਜੋ ਫੈਸਲੇ ਕਰੇਗਾ ਉਹ ਸਰਬ ਪੰਥ ਨੂੰ ਸਰਬ ਪ੍ਰਮਾਣਿਤ ਹੋਣਗੇ। ਸੋ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਤਨ ਮਨ ਧਨ ਨਾਲ ਸਮਰਪਿਤ ਹੁੰਦੇ ਹਾਂ, ਉੱਥੇ ਪੰਥ ਨੇ ਜੋ ਰਹਿਤ ਮਰਿਆਦਾ ਬਣਾਈ ਹੈ, ਜੋ ਨਿਯਮਾਵਲੀ ਬਣਾਈ ਹੈਗੀ ਹੈ, ਉਹ ਬੜੇ ਕਮਾਲ ਦੀ ਹੈਗੀ ਹੈ। ਉਸ ਨਿਯਮਾਵਲੀ ਨੂੰ ਜੋ ਕੁਝ ਖਾਸ ਨਿਯਮ ਬਣਾਏ ਨੇ ਸਿੱਖ ਦੇ ਜੀਵਨ ਦੀ ਰੋਹ ਰੀਤ ਨੂੰ ਚਲਾਉਣ ਵਾਸਤੇ, ਉਹਨੂੰ ਅਸੀਂ ਰਹਿਤ ਮਰਿਆਦਾ ਕਹਿੰਦੇ ਹੈਗੇ। ਸਿੱਖ ਦਾ ਘਰ ਦਾ ਕੋਈ ਵੀ ਕਾਰਜ ਹੋਵੇ, ਉਹ ਕਾਰਜ ਇੱਕ ਖਾਸ ਮਰਿਆਦਾ ਦੇ ਮੁਤਾਬਕ ਨਿਭਾਉਂਦੇ ਹਾਂ ਅਸੀਂ। ਠੀਕ ਹੈ, ਭਾਵੇਂ ਕਿ ਸਰਸਰੀ ਸਾਨੂੰ ਨਹੀਂ ਪਤਾ ਲੱਗਦਾ ਕਿ ਭਾਈ ਸਾਹਿਬ ਜਿਹੜੇ ਨੇ ਉਹ ਅਰਦਾਸ ਕਰ ਰਹੇ ਨੇ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈਗਾ, ਫਿਰ ਪ੍ਰੋਗਰਾਮ ਚੱਲਦਾ ਹੈਗਾ ਕਥਾ ਕੀਰਤਨ ਦਾ, ਫਿਰ ਅਰਦਾਸ ਹੁੰਦੀ ਹੈਗੀ ਹੈ, ਫਿਰ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾਂਦੀ ਹੈ ਹੁਕਮਨਾਮੇ ਤੋਂ ਬਾਅਦ, ਫਿਰ ਲੰਗਰ ਹੁੰਦਾ ਹੈ। ਇਹ ਸਾਰਾ ਇੱਕ ਮਰਿਆਦਾ ਵਿੱਚ ਹੁੰਦਾ ਹੈਗਾ, ਇੱਕ ਇਹਦਾ ਨਿਯਮ ਹੈਗਾ। ਅੱਗੇ ਅੱਗੇ ਆਪਾਂ ਜਿਉਂ-ਜਿਉਂ ਇਸ ਦੀ ਵਿਚਾਰ ਕਰਾਂਗੇ ਸਾਰੀਆਂ ਗੱਲਾਂ ਵਿੱਚ ਆਉਣਗੀਆਂ। ਫਿਲਹਾਲ ਜੋ ਤੁਸੀਂ ਸਵਾਲ ਕੀਤਾ ਹੈ ਕਿ ਬੱਚਿਆਂ ਵੱਲੋਂ ਵੀ ਇਹ ਮੰਗ ਆਈ ਹੈ, ਔਰ ਖਾਸ ਕਰਕੇ ਉੱਤਰ ਪ੍ਰਦੇਸ਼, ਝਾਰਖੰਡ, ਇੱਧਰੋਂ ਬੱਚੇ ਜੁੜੇ ਹੋਏ ਨੇ, ਉਹ ਕਹਿੰਦੇ ਨੇ ਮਰਿਆਦਾ ਕੀ ਹੁੰਦੀ ਹੈ। ਇਹਦੇ ਵਾਸਤੇ ਮੈਂ ਇੱਕ ਗੱਲ ਕਹਾਂਗਾ ਕਿ ਮਰਿਆਦਾ ਇੱਕ ਨਿਯਮ ਹੈ, ਇੱਕ ਸਾਡਾ ਇੱਕ ਕਾਨੂੰਨ ਹੈਗਾ। ਜਿਵੇਂ ਬੱਚੇ ਸਕੂਲ ਕਾਲਜ ਵਿੱਚ ਪੜ੍ਹਦੇ ਨੇ ਤੇ ਸਕੂਲ ਕਾਲਜ ਦੇ ਕੋਈ ਨਿਯਮ ਹੁੰਦੇ ਨੇ, ਉਹਨਾਂ ਦੀ ਇੱਕ ਡਰੈਸ ਨਿਯਤ ਕੀਤੀ ਜਾਂਦੀ ਹੈ, ਉਹਨਾਂ ਦੇ ਸਵੇਰੇ ਸਕੂਲ ਜਾਣ ਦਾ ਟਾਈਮ ਹੈਗਾ, ਉੱਥੇ ਪੜ੍ਹਾਈ ਦੇ ਇੱਕ ਖਾਸ ਪੀਰੀਅਡ ਨੇ, ਉਸ ਤੋਂ ਬਾਅਦ ਵਾਪਸੀ ਆਉਣ ਦਾ ਇੱਕ ਖਾਸ ਟਾਈਮ ਹੈਗਾ। ਸੋ ਜਦੋਂ ਅਸੀਂ ਮਰਿਆਦਾ ਬੱਝ ਕੋਈ ਕੰਮ ਕਰਦੇ ਹਾਂ, ਨਿਯਮ ਬੱਝ ਕੋਈ ਕੰਮ ਕਰਦੇ ਹਾਂ, ਤਾਂ ਜੀਵਨ ਸੌਖਾ ਹੋ ਜਾਂਦਾ ਹੈਗਾ। ਬੇਤਰਤੀਬੀ ਜੀਵਨ ਨਹੀਂ ਹੁੰਦਾ ਹੈਗਾ, ਇਹ ਖਾਸ ਤਰਤੀਬ ਵਿੱਚ ਹੁੰਦਾ ਹੈਗਾ। ਤੇ ਸਿਆਣੇ ਕਹਿੰਦੇ ਨੇ ਇਹ ਨਿਯਮ ਹੋਣੇ ਬਹੁਤ ਜ਼ਰੂਰੀ ਨੇ। ਇੱਕ ਅਦੀਬ ਕਹਿੰਦਾ ਸਰਤੇ ਆਜ਼ਾਦੀ ਕੀ ਹੈ, आजादी की मगर कुछ पाबंदियां, उनका जो पाबंद है वो असल में आजाद है। ठीक है, ਅਸੀਂ ਆਜ਼ਾਦ ਹਾਂ, ਪਰ ਆਜ਼ਾਦੀ ਦੇ ਕੁਝ ਰੂਲ ਨੇ, ਕੋਈ ਰੈਗੂਲੇਸ਼ਨ ਨੇ। ਅੱਜ ਅਸੀਂ ਆਜ਼ਾਦ ਹਾਂ, ਪਰ ਕੋਈ ਆਜ਼ਾਦ ਵਿਅਕਤੀ ਇਹ ਕਵੇ ਵੀ ਮੈਂ ਤਾਂ ਹਿੰਦੁਸਤਾਨ ਦਾ ਵਿਅਕਤੀ ਹਾਂ ਤੇ ਆਜ਼ਾਦ ਹਾਂ ਤੇ ਮੈਂ ਜਿਹੜਾ ਸੜਕ ਦੇ ਸੱਜੇ ਪਾਸੇ ਤੁਰਨਾ ਹੈਗਾ, ਕਿਤੇ ਨਹੀਂ ਹੋ ਸਕਦਾ। ਹੁਣ ਨਿਯਮ ਬਣਿਆ ਵੀ ਖੱਬੇ ਪਾਸੇ ਤੁਰਨਾ ਹੈਗਾ, ਰੈੱਡ ਲਾਈਟ ਤੇ ਰੁਕਣਾ ਹੈਗਾ, ਨਿਯਮ ਬਣਿਆ, ਤੇ ਜੇ ਰੈੱਡ ਲਾਈਟ ਕ੍ਰੋਸ ਕਰੋਗੇ ਤੇ एक्सीडेंट होना स्वाभाविक की गल है। सो शर्ते आजादी की है, आजादी की मगर कुछ पाबंदियां, उनका जो पाबंद है वो असल में आजाद है। तो एक होर उदाहरण मैं दिया कि बच्चों ने आप जी ने सवाल किया है कि आप जी वेखोगे राम चंद्र जी ते लक्ष्मण जी जंगल में चले गए, सीता जी कुटिया विच ने, लक्ष्मण जी जो रामचंद्र जी बाहर गए उन्होंने पिछे पिछे लक्ष्मण जी गए किसी कारणवश,
ਉਹਨਾਂ ਨੇ ਨਾ ਇੱਕ ਲਕੀਰ ਖਿੱਚ ਦਿੱਤੀ ਤੇ ਉਹ ਕਹਿ ਕੇ ਗਏ ਸੀਤਾ ਜੀ ਨੂੰ ਵੀ ਇਸ ਲਕੀਰ ਤੋਂ ਤੁਸੀਂ ਬਾਹਰ ਨਹੀਂ ਆਉਣਾ। ਕਹਿੰਦੇ ਨੇ ਲక్ష్మణ ਜੀ ਇਹ ਗੱਲ ਕਹਿ ਕੇ ਚਲੇ ਗਏ, ਇੱਕ ਰਾਮਕਾਰ ਖਿੱਚ ਦਿੱਤੀ, ਇੱਕ ਮਰਿਆਦਾ ਬਣਾ ਦਿੱਤੀ ਹੈਗੀ ਹੈ ਘਰ ਦੀ, ਇਸ ਲਕੀਰ ਤੋਂ ਬਾਹਰ ਤੁਸੀਂ ਪੈਰ ਨਹੀਂ ਪਾਣਾ ਭਾਵੇਂ ਕੁਝ ਵੀ ਹੋ ਜਾਏ। ਸਾਧੂ ਦਾ ਭੇਸ ਬਣਾ ਕੇ ਰਾਵਣ ਆਉਂਦਾ, ਉਹ ਕਹਿੰਦਾ ਵੀ ਮੈਂ ਭਿਕਸ਼ਾ ਤਾਂ ਲਵਾਂਗਾ ਜਦੋਂ ਇਹ ਲਕੀਰ ਤੋਂ ਤੁਸੀਂ ਬਾਹਰ ਆ ਜਾਓਗੇ, ਕਿਉਂਕਿ ਉਸਨੇ ਸੀਤਾ ਨੂੰ ਚੁੱਕ ਕੇ ਲੈ ਕੇ ਜਾਣਾ ਸੀਗਾ। ਸੀਤਾ ਜਦ ਤੱਕ ਉਸ ਲਕੀਰ ਦੇ ਅੰਦਰ ਖਲੋਤੀ ਰਹੀ ਤਦ ਤੱਕ ਰਾਵਣ ਪ੍ਰਹਾਰ ਨਹੀਂ ਕਰ ਸਕਿਆ। ਜਦੋਂ ਸੀਤਾ ਨੇ ਉਸ ਲਕੀਰ ਤੋਂ ਬਾਹਰ ਪੈਰ ਪਾਇਆ, ਉਸੇ ਵੇਲੇ ਰਾਵਣ ਜਿਹੜਾ ਸਾਧੂ ਦੇ ਭੇਸ ਵਿੱਚ ਆਇਆ ਹੋਇਆ ਸੀਗਾ, ਉਸ ਰਾਖਸ਼ ਨੇ ਸੀਤਾ ਜੀ ਨੂੰ ਚੁੱਕ ਲਿਆ। ਸੋ ਅਸੀਂ ਜਦੋਂ ਇੱਕ ਖਾਸ ਮਰਿਆਦਾਬੱਧ ਵਿੱਚ ਜੀਵਨ ਬਤੀਤ ਕਰਦੇ ਹਾਂ ਤੇ ਸਾਨੂੰ ਫਿਰ ਕੁਝ ਨਹੀਂ ਹੁੰਦਾ। ਜਦੋਂ ਅਸੀਂ ਇਸ ਮਰਿਆਦਾ ਨੂੰ ਪਾਰ ਲੰਘ ਜਾਂਦੇ ਹਾਂ, ਪੈਰ ਬਾਹਰ ਪੁੱਟ ਦਿੰਦੇ ਹਾਂ, ਫਿਰ ਸੈਂਕੜੇ ਹੀ ਰਾਵਣ ਸਾਡੇ ਤੇ ਹਮਲਾ ਬੋਲ ਸਕਦੇ ਨੇ। ਸੋ ਧਿਆਨ ਰਹੇ ਕਿ ਸਿੱਖ ਧਰਮ ਵਿੱਚ ਆਦਰਸ਼ਕ ਜੀਵਨ ਜਿਉਣ ਵਾਸਤੇ ਜੋ ਨਿਯਮ ਨਿਯਤ ਕੀਤੇ ਗਏ, ਸਿੱਖ ਬੋਲੀ ਵਿੱਚ ਉਹ ਧਾਰਮਿਕ ਨਿਯਮਾਵਲੀ ਨੂੰ ਰਹਿਤ ਦਾ ਨਾਮ ਦਿੱਤਾ ਗਿਆ ਹੈ, ਜਿਸ ਨੂੰ ਅਸੀਂ ਸਿੱਖ ਰਹਿਤ ਮਰਿਆਦਾ ਕਹਿੰਦੇ ਹਾਂ। ਉਹ ਜੀਵਨ ਮਰਿਆਦਾ, ਚਾਲ ਢਾਲ ਜਾਂ ਚੱਜ ਆਚਰਣ ਰਹਿਤ ਹੈ, ਜਿਸ ਅਨੁਸਾਰ ਸੰਸਾਰ ਵਿੱਚ ਵਿਚਰਦਾ ਸਿੱਖ ਨਿੱਜੀ ਅਤੇ ਪੰਥਕ ਜੀਵਨ ਜਿਉਂਦਾ ਹੋਇਆ ਨਿਰੰਕਾਰ ਨਾਲ ਅਭੇਦ ਹੋ ਸਕਦਾ ਹੈ। ਠੀਕ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਬੋਲ ਆਉਂਦੇ ਨੇ, ਪਾਤਸ਼ਾਹ ਨੇ ਕਿਹਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ। ਪਾਤਸ਼ਾਹ ਨੇ ਕਿਹਾ ਮੈਨੂੰ ਜਿਹੜਾ ਹੈ ਉਹ ਕੁਆਲਿਟੀ ਚਾਹੀਦੀ ਹੈ, ਕੁਆਂਟੀਟੀ ਨਹੀਂ ਚਾਹੀਦੀ। ਸਿੱਖ ਇੱਕ ਹੋਵੇ ਪਰ ਉਹ ਮਨ ਬਚ ਕਰਮ ਕਰਕੇ, ਆਚਰਣ ਕਰਕੇ ਉੱਚਾ ਤੇ ਸੁੱਚਾ ਹੋਣਾ ਚਾਹੀਦਾ ਹੈ। ਸਾਨੂੰ ਬਹੁਤ ਗਿਣਤੀ ਨਹੀਂ ਚਾਹੀਦੀ। ਪਾਤਸ਼ਾਹ ਕਹਿੰਦੇ ਨੇ ਵੀ ਇੱਕ ਹੋਵੇ ਪਰ ਸਵਾਦ ਦਾ ਜੀਵਨ ਹੋਣਾ ਚਾਹੀਦਾ, ਖਾਲਸਾਮਈ ਜੀਵਨ ਹੋਣਾ ਚਾਹੀਦਾ, ਨਿਰਮਲ ਤੇ ਪਵਿੱਤਰ ਜੀਵਨ ਹੋਣਾ ਚਾਹੀਦਾ। ਸੋ ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਪਾਤਸ਼ਾਹ ਨੇ ਤਾਂ ਇੱਥੋਂ ਤੱਕ ਬਖਸ਼ਿਸ਼ ਕੀਤੀ ਹੈ। ਇਹਨੂੰ ਕਹਿੰਦੇ ਨੇ ਰਹਿਤ ਮਰਿਆਦਾ। ਹਾਂਜੀ ਵੀਰ ਜੀ, ਇਹ ਕਦੋਂ ਤੇ ਕਿਸ ਨੇ ਬਣਾਈ ਹੈ? ਵੀਰ, ਇਹ ਤੁਹਾਡਾ ਬੜਾ ਪਿਆਰਾ ਸਵਾਲ ਹੈ, ਕਿਉਂਕਿ ਆਮ ਲੋਕ ਇਹ ਕਹਿ ਦਿੰਦੇ ਨੇ ਜੀ ਇਹ ਆਪਣੀ ਰਹਿਤ ਮਰਿਆਦਾ ਚੁੱਕੀ ਫਿਰਦੇ ਨੇ, ਇਹ ਆਪਣੀਆਂ ਗੱਲਾਂ ਲਾਗੂ ਕਰਾਈ ਫਿਰਦੇ ਨੇ, ਇਸ ਤਰ੍ਹਾਂ ਬੜੇ ਸਾਰੀਆਂ ਗੱਲਾਂ ਆਉਂਦੀਆਂ। ਰਹਿਤ ਮਰਿਆਦਾ ਨੂੰ ਜਦੋਂ ਅਸੀਂ ਪੜਾਂਗੇ ਨਾ ਤੇ ਇਸ ਗੱਲ ਦਾ ਜਵਾਬ 1 2 ਨਹੀਂ 8 ਪੇਜਾਂ ਵਿੱਚ ਮਿਲਦਾ ਹੈ। ਰਹਿਤ ਮਰਿਆਦਾ ਦੇ 1 ਤੋਂ ਲੈ ਕੇ 8 ਪੇਜ ਤੱਕ ਇਹ ਗੱਲ ਬੜੀ ਬਾਖੂਬੀ ਲਿਖੀ ਹੋਈ ਹੈ। ਔਰ ਅੱਜ ਕੱਲ ਦੀ ਰਹਿਤ ਮਰਿਆਦਾ ਨਹੀਂ ਹੈ। ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਜੀ ਇਹ ਅੱਜ ਕੱਲ ਦੇਖੋ ਜੀ ਮਿਸ਼ਨਰੀ ਆਪਣੀ ਰਹਿਤ ਮਰਿਆਦਾ ਲੈ ਕੇ ਆ ਗਏ, ਫਲਾਣੇ ਡੇਰੇਦਾਰ ਆਪਣੀ ਰਹਿਤ ਮਰਿਆਦਾ ਲੈ ਕੇ ਆ ਗਏ। ਗੁਰੂ ਸਾਹਿਬ ਜੀ ਦੇ ਸਮੇਂ ਤੋਂ ਜੋ ਸਾਨੂੰ ਜਿਹੜਾ ਹੈ ਉਸ ਸਮੇਂ ਤੋਂ ਹੀ ਸਾਨੂੰ ਰਹਿਤਨਾਮੇ ਮਿਲਦੇ ਰਹੇ ਤੇ ਰਹਿਤਨਾਮਿਆਂ ਤੋਂ ਬਾਅਦ ਰਹਿਤ ਮਰਿਆਦਾ ਤਿਆਰ ਕੀਤੀ ਗਈ ਹੈ। ਤੁਸੀਂ ਵੇਖੋ ਪਹਿਲੇ ਪੇਜ ਤੇ ਹੀ ਲਿਖਿਆ ਹੋਇਆ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰੋਹ ਰੀਤ ਸਬ ਕਮੇਟੀ ਵੱਲੋਂ ਰੋਹ ਰੀਤ ਦੇ ਖਰੜੇ ਦੀ ਪ੍ਰਵਾਨਗੀ ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰਬਰ 1 ਮਿਤੀ 1/8/1936 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149 ਮਿਤੀ 10/36/1936 ਦੁਆਰਾ ਦਿੱਤੀ ਹੈ ਅਤੇ ਮੁੜ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 7/1/1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿੱਚ ਵਾਧੇ ਘਾਟੇ ਕਰਨ ਦੀ ਸਿਫਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਇਸ ਇਕੱਤਰਤਾ ਵਿੱਚ ਬਹੁਤ ਸਾਰੇ ਸੱਜਣ ਸ਼ਾਮਲ ਹੋਏ, ਜਿਵੇਂ ਸਾਡੇ 5 ਤਖਤਾਂ ਦੇ ਜਥੇਦਾਰ ਸੀਗੇ, ਜਿਵੇਂ ਸਾਡੇ ਖਾਲਸਾ ਕਾਲਜ ਸੀਗੇ, ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਕਿ ਦੂਰ ਦੂਰ ਤੱਕ ਤੁਸੀਂ ਵੇਖੋਗੇ ਕਿ ਗਿਆਨੀ ਲਾਭ ਸਿੰਘ ਜੀ, ਲਾਲ ਸਿੰਘ ਜੀ ਪ੍ਰੋਫੈਸਰ ਸ਼ਹੀਦ ਮਿਸ਼ਨਰੀ ਕਾਲਜ, ਸਿੱਖ ਸ਼ਹੀਦ ਮਿਸ਼ਨਰੀ ਕਾਲਜ ਪ੍ਰਿੰਸੀਪਲ ਗੰਗਾ ਸਿੰਘ, ਤੇਜਾ ਸਿੰਘ, ਗਿਆਨੀ ਸ਼ੇਰ ਸਿੰਘ ਗਵਰਨਮੈਂਟ ਕਾਲਜ ਲੁਧਿਆਣਾ, ਹਾਪੜ ਮਿਸ਼ਨ,
यूपी तक ਜਿਹੜਾ ਹੈ ਉਹ ਇਹ ਸਾਰੇ ਸੱਜਣ ਸੀਗੇ। ਅਤੇ ਇਹਦੇ ਵਿੱਚ ਆਪ ਜੀ 25-26 ਸੱਜਣਾ ਦੇ ਨਾਂ ਅੱਗੇ ਚੱਲ ਕੇ ਪੜ੍ਹਦੇ ਹੋ। ਫਿਰ 15 ਸੱਜਣਾ ਦੇ ਹੋਰ ਨਾਮ ਖਰੜੇ ਸੰਬੰਧੀ ਰਾਵਾਂ ਭੇਜਣ ਵਾਲੇ ਉਹਨਾਂ ਦੇ ਨਾਮ ਪੜ੍ਹਦੇ ਹੋ। ਔਰ ਇੱਕ ਦੋ ਨਹੀਂ 50 ਸੱਜਣ 50 ਸੱਜਣਾ ਨੇ ਇਸ ਖਰੜੇ ਨੂੰ ਤਿਆਰ ਕਰਨ ਵਾਸਤੇ ਆਪਣੀਆਂ ਜਿਹੜੀਆਂ ਨੇ ਉਹ ਰਾਵਾਂ ਦਿੱਤੀਆਂ। ਫਿਰ ਜਾ ਕੇ ਰੋ ਰੀਤ ਖਰੜੇ ਦੀ ਸੰਬੰਧੀ ਹੇਠ ਲਿਖੇ ਪੰਥਕ ਜਥਿਆਂ ਵੱਲੋਂ ਰਾਵਾਂ ਹੋਰ ਵੀ ਪੁੱਜੀਆਂ, ਜਿਨ੍ਹਾਂ ਵਿੱਚ 21 ਨਾਂ ਜਿਹੜੇ ਨੇ ਉਹ ਮਿਲਦੇ ਨੇ। ਔਰ ਸਾਡੀਆਂ ਸ਼੍ਰੋਮਣੀ ਸੰਸਥਾਵਾਂ ਜਿਹਦੇ ਵਿੱਚ ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਇਤਿਆਦਿਕ ਉਹਨਾਂ ਦੇ ਵੀ ਜਿਹੜਾ ਹੈ ਉਹ ਮੁੰਬਈ ਤੋਂ ਵੀ ਜਿਹੜਾ ਹੈ ਇਹਦੇ ਸੰਬੰਧ ਵਿੱਚ ਰਾਵਾਂ ਪੁੱਜੀਆਂ। ਸੋ ਅਸੀਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ 12 ਅਕਤੂਬਰ 1936 ਈਸਵੀ ਨੂੰ ਇਸ ਦੀ ਪ੍ਰਵਾਨਗੀ ਹੋਈ। ਠੀਕ ਹੈ, ਜਿਸ 12 ਅਕਤੂਬਰ 1936 ਇਹਦੀ ਪ੍ਰਵਾਨਗੀ ਹੁੰਦੀ ਹੈ, ਜਿਸ ਵਿੱਚ ਉਪਰੰਤ ਇਹ ਪਵਿੱਤਰ ਤੇ ਇਤਿਹਾਸਿਕ ਦਸਤਾਵੇਜ਼ ਜਿਹੜਾ ਹੈ ਉਹ ਪੰਥ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਦੇ ਰੂਪ ਵਿੱਚ ਸਾਡੇ ਕੋਲ ਆਉਂਦਾ ਹੈਗਾ। ਸੋ ਅਸੀਂ ਕਹਿ ਸਕਦੇ ਹਾਂ ਕਿ 1936 ਵਿੱਚ ਸਾਡਾ ਇਹ ਵਿਧਾਨ ਬਣ ਕੇ ਤਿਆਰ ਹੋ ਗਿਆ, ਜਿਸ ਮੁਤਾਬਕ ਸਿੱਖ ਨੇ ਆਪਣੀ ਜੀਵਨ ਸ਼ੈਲੀ ਨੂੰ ਜਿਉਣਾ ਹੈਗਾ। ਹਾਂਜੀ, ਨਹੀਂ, ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ 1945 ਵਿੱਚ ਰਾਵਾਂ ਪੁੱਜੀਆਂ, ਮਤਲਬ ਜਿਹੜੀ ਮੈਂ ਇਹ ਗੱਲ ਸਮਝਣਾ ਚਾਹੁੰਦਾ ਕਿ ਜਿਹੜੀ ਜਦੋਂ ਇਹ ਕਮੇਟੀ ਬਣੀ ਜਿਹੜੀ ਤੇ ਉਹ ਬਣੀ 1936 ਵਿੱਚ ਤੇ 1945 ਤੱਕ ਉਹਨਾਂ ਦੀ ਮੀਟਿੰਗਸ ਹੋਈਆਂ, ਡਿਸਕਸ਼ਨ ਹੋਏ, ਉਹਨਾਂ ਨੇ ਆਪਣੇ ਆਬਜੈਕਸ਼ਨ ਸੁਜੈਸ਼ਨ ਸੰਗਤ ਕੋਲੋਂ ਮੰਗੇ ਤੇ 1945 ਵਿੱਚ ਆਪਣੀ ਰਿਪੋਰਟ ਪੇਸ਼ ਕੀਤੀ ਤੇ 1945 ਤੋਂ ਲਾਗੂ ਹੋਈ ਨਾ। ਹਾਂ, ਅਸਲ ਵਿੱਚ ਕੀ ਸੀਗਾ ਕਿ ਇਹ ਕਾਰਜ ਤਾਂ ਬੜਾ ਪੁਰਾਣਾ ਚੱਲ ਰਿਹਾ ਸੀਗਾ ਤੇ 1931 ਤੋਂ ਲੈ ਕੇ ਖਰੜੇ ਤਿਆਰ ਹੁੰਦੇ ਰਹੇ। ਖਰੜਾ ਹੁੰਦਾ ਜਿਹਦੇ ਉੱਤੇ ਵਿਚਾਰ ਕੀਤੀ ਜਾ ਸਕਦੀ ਹੈ, ਪਰ ਇੱਕ ਦੋ ਨਹੀਂ, ਸਾਰੇ 5 ਤਖਤਾਂ ਦੇ ਜਥੇਦਾਰ ਸਾਹਿਬਾਨ ਹੋਰ ਪਤਵੰਤੇ ਸੱਜਣ ਇਹਦੇ ਉੱਤੇ ਵਿਚਾਰਾਂ ਕਰਦੇ ਰਹੇ। 1936 ਤੱਕ ਇਹ ਖਰੜਾ ਸੋਧ ਵਿੱਚ ਜਾਂਦਾ ਰਿਹਾ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਹੁੰਦੀ ਹੈ, ਉਸ ਇਕਾਈ ਨੇ ਵੀ ਇਹਨੂੰ ਵਾਚਿਆ। ਬਹੁਤ ਸਾਰੇ ਗ੍ਰੰਥੀ ਸਿੰਘਾਂ ਨੇ, ਕਿਉਂਕਿ ਗੁਰਬਾਣੀ ਦੀ ਰੋਸ਼ਨੀ ਵਿੱਚ ਇਹ ਤਿਆਰ ਕੀਤੀ ਹੈ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਤਿਆਰ ਕੀਤੀ। ਅਤੇ ਬਹੁਤ ਸਾਰੇ ਇਸ ਰਹਿਤ ਮਰਿਆਦਾ ਦੇ ਤਿਆਰ ਕਰਨ ਵਿੱਚ ਜੋ ਰਹਿਤ ਮਰਿਆਦਾ ਦੇ ਆਪਾਂ ਕਹਿ ਸਕਦੇ ਹਾਂ ਸੋਮੇ, ਇਹ ਬਹੁਤ ਸਾਰੇ ਸਾਡੇ ਇਤਿਹਾਸਿਕ ਧਰਮ ਗ੍ਰੰਥ ਉਹਨਾਂ ਤੋਂ ਸੇਧ ਲੈ ਕੇ ਫਿਰ ਜਾ ਕੇ ਇਹਨੂੰ ਤਿਆਰ ਕੀਤਾ ਗਿਆ ਹੈ। ਇਹ ਕਾਰਜ ਕੋਈ 1-2 ਦਿਨ ਦਾ ਨਹੀਂ ਸੀ, ਇਹ ਕਾਰਜ ਬਹੁਤ ਲੰਮੇਰਾ ਚੱਲਦਾ ਰਿਹਾ। ਇਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਵੇਂ ਕਿ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਬਾਣੀ ਦੀ ਗੱਲ ਕੀਤੀ ਹੈ, ਉਸ ਤੋਂ ਸੇਧ ਲਈ ਗਈ ਹੈਗੀ ਹੈ। ਅਤੇ ਦਸਮ ਗ੍ਰੰਥ ਦੇ ਮੁੱਖ ਵਾਕ ਬਾਣੀ ਜੋ ਗੁਰੂ ਗੋਬਿੰਦ ਸਿੰਘ ਵੱਲੋਂ ਪੰਥ ਪ੍ਰਮਾਣਿਤ ਬਾਣੀ ਸੀਗੀ, ਉਹਦੇ ਵਿੱਚੋਂ ਸੇਧ ਲਈ ਗਈ। ਭਾਈ ਗੁਰਦਾਸ ਦੀਆਂ ਰਚਨਾਵਾਂ, ਭਾਈ ਨੰਦ ਲਾਲ ਦੀਆਂ ਰਚਨਾਵਾਂ, ਜਨਮ ਸਾਖੀਆਂ ਸਾਡੀਆਂ ਗੁਰੂ ਸਾਹਿਬਾਨ ਦੀਆਂ ਜੋ ਇਤਿਹਾਸਕ ਸੋਮਾ ਸੀਗਾ, ਤੇ ਸਿੱਖਾਂ ਦੀ ਭਗਤ ਮਾਲਾ ਤੇ ਭਗਤ ਰਚਨਾਵਲੀ, ਸਰਬ ਲੋਕ ਗ੍ਰੰਥ, ਇਵਨ ਭਾਈ ਚੋਪਾ ਸਿੰਘ ਦਾ ਰਹਿਤਨਾਮਾ, ਭਾਈ ਪ੍ਰਹਿਲਾਦ ਸਿੰਘ ਦਾ ਰਹਿਤਨਾਮਾ, ਪ੍ਰੇਮ ਸੁਮਾਰਗ ਗ੍ਰੰਥ ਹੈਗਾ ਉਹਦੀ ਸਹਾਇਤਾ ਲਈ ਗਈ। ਭਾਈ ਦੇਸਾ ਸਿੰਘ ਦਾ ਰਹਿਤਨਾਮਾ, ਭਾਈ ਦਇਆ ਸਿੰਘ ਦਾ ਰਹਿਤਨਾਮਾ, ਗੁਰਸ਼ੋਭਾ ਗ੍ਰੰਥ, ਇੱਕ ਹੈਗਾ ਗ੍ਰੰਥ ਰਤਨਮਾਲ 100 ਸਾਖੀ, ਉਹਦੇ ਵਿੱਚੋਂ ਸੇਧ ਲਈ ਗਈ। ਮਹਿਮਾ ਪ੍ਰਕਾਸ਼ ਗ੍ਰੰਥ ਹੈਗਾ, ਗੁਰਬਿਲਾਸ ਗ੍ਰੰਥ ਹੈਗਾ, ਗੁਰਪ੍ਰਤਾਪ ਸੂਰਜ ਗ੍ਰੰਥ ਹੈਗਾ, ਸ੍ਰੀ ਗੁਰੂ ਪੰਥ ਪ੍ਰਕਾਸ਼ ਹੈ, ਕੁਝ ਹੁਕਮਨਾਮੇ ਤੇ ਗੁਰਮਤ ਪ੍ਰਕਾਸ਼ ਭਾਗ ਸੰਸਕਾਰ। ਗੁਰਮਤ ਪ੍ਰਕਾਸ਼ ਵਿੱਚ ਨਾ ਜਿਹੜੇ 4 ਸੰਸਕਾਰ ਜਿਹੜੇ ਨੇ ਉਹ ਉਹਨਾਂ ਦੀ ਮਹੱਤਤਾ ਜਿਹੜੀ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ। ਤੇ ਇਸ ਤਰ੍ਹਾਂ ਤਕਰੀਬਨ ਮੈਂ ਕਹਿ ਸਕਦਾ ਹਾਂ ਕਿ 20 ਗ੍ਰੰਥ ਉਹਨਾਂ ਵਿੱਚੋਂ ਉਹ ਸੋਮੇ ਨੇ ਰਹਿਤ ਮਰਿਆਦਾ ਦੇ ਆਧਾਰ ਬਣਾ ਕੇ ਫਿਰ ਇਹ ਰਹਿਤ ਮਰਿਆਦਾ ਤਿਆਰ ਕੀਤੀ ਗਈ। ਸੋ ਇਹ ਸੋਧਾਂ ਚੱਲਦੀਆਂ ਰਹੀਆਂ, ਪਰ ਪੂਰਨ ਤੌਰ ਤੇ ਜਿਵੇਂ ਆਪ ਜੀ ਕਹਿ ਰਹੇ ਹੋ ਕਿ ਰਹਿਤ ਮਰਿਆਦਾ ਦੇ ਵਿੱਚ 1945 ਦੇ ਵਿੱਚ ਇਹ ਅਕਾਲ ਤਖਤ ਸਾਹਿਬ ਤੋਂ ਸਾਰੇ ਸਿੱਖ ਪੰਥ ਤੇ ਲਾਗੂ ਹੋ। ਹਾਂਜੀ ਵੀਰ ਜੀ, ਜੋ ਰਹਿਤ ਮਰਿਆਦਾ ਕਹਿੰਦੀ ਹੈ, ਇਹਦੇ ਮੁਤਾਬਿਕ ਐਕਚੁਅਲੀ ਸਿੱਖ ਕੌਣ ਹੈ? ਬਿਲਕੁਲ ਜੀ, ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਹੈਗਾ ਵੀ ਸਿੱਖ ਕੌਣ ਹੈ। ਠੀਕ ਹੈ, ਸਿੱਖ ਦੀ ਡੈਫੀਨੇਸ਼ਨ ਜਿਹੜਾ ਹੈ ਉਹ ਕੀ ਹੈਗੀ ਹੈ, ਉਹ ਅਸੀਂ ਸਿੱਖ ਰਹਿਤ ਮਰਿਆਦਾ ਦੇ ਪੰਨਾ ਨੰਬਰ
9 ਤੋਂ, ਜਿੱਥੋਂ ਸਿੱਖ ਰਹਿਤ ਮਰਿਆਦਾ ਸ਼ੁਰੂਆਤ ਹੁੰਦੀ ਹੈ, ਉੱਥੇ ਗੱਲ ਕੀਤੀ ਗਈ ਹੈ ਸਿੱਖ ਦੀ ਤਾਰੀਫ ਜਿਹੜੀ ਹੈ। ਇਹਨੂੰ ਤੁਸੀਂ ਦੇਖੋਗੇ ਕਿ ਪੰਥ ਕਹਿੰਦਾ ਹੈ ਕਿ ਜੋ ਇਸਤਰੀ ਜਾਂ ਪੁਰਸ਼ ਕੇਵਲ ਇੱਕ ਅਕਾਲ ਪੁਰਖ 10 ਗੁਰੂ ਸਾਹਿਬਾਨ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਇਹ ਬਿਲਕੁਲ ਕਲੀਅਰ ਗੱਲ ਲਿਖੀ ਹੋਈ ਹੈ। ਇਹਦੇ ਵਿੱਚ ਜੇ ਇਸ ਨੂੰ ਤੁਸੀਂ ਵਾਚੋਗੇ ਤੇ ਇਹਨੂੰ ਪੜਤਾਲੋਗੇ ਤੇ ਇਹਦੇ ਤਕਰੀਬਨ 6 ਪੁਆਇੰਟ ਬਣਦੇ ਨੇ। ਫਿਰ ਮੈਂ ਇਹਨੂੰ 6 ਪੁਆਇੰਟਾਂ ਨੂੰ ਕਿਵੇਂ ਜਿਹੜਾ ਆਪ ਜੀ ਦੇ ਸਾਹਮਣੇ ਰੱਖ ਰਹੇ ਹਾਂ, ਧਿਆਨ ਦੇਣਾ। ਨੰਬਰ 1, ਜੋ ਇਸਤਰੀ ਜਾਂ ਪੁਰਸ਼, ਇਹਦੇ ਵਿੱਚ ਇੱਕ ਖਾਸ ਗੱਲ ਹੈ ਔਰ ਲੁਕਮੀ ਗੱਲ ਹੈ। ਕਿਉਂ ਹੈ ਕਿ ਸਿੱਖ ਬਣਨ ਦੀ ਇਜਾਜ਼ਤ ਮਿਲ ਰਹੀ ਹੈ, ਸਿੱਖ ਉਸ ਨੂੰ ਕਿਹਾ ਜਾਂਦਾ ਹੈ, ਠੀਕ ਹੈ ਨਾ, ਇੱਕ ਤਰੀਕੇ ਨਾਲ। ਕਿਉਂ ਹੈ ਇਹ ਗੱਲ ਪੰਥ ਨੇ ਬੜੀ ਬਰੀਕੀ ਨਾਲ ਲਿਖੀ ਹੈ। ਇਸ ਕਰਕੇ ਲਿਖੀ ਹੈ ਪੰਥ ਨੇ ਕਿਉਂਕਿ ਅਸੀਂ ਵੇਖ ਰਹੇ ਸੀ ਕਿ ਪਿਛਲੇ ਧਰਮਾਂ ਦੇ ਵਿੱਚ ਔਰਤ ਨੂੰ ਧਰਮੀ ਹੋਣ ਦਾ ਜਿਹੜਾ ਹੈ ਉਹ ਮਾਣ ਪ੍ਰਾਪਤ ਹੀ ਨਹੀਂ ਸੀਗਾ। ਕਿਤੇ ਜਨੇਊ ਤੋਂ ਵਾਂਝਾ ਰੱਖਿਆ ਜਾ ਰਿਹਾ ਸੀ, ਕਿਤੇ ਮੰਦਿਰਾਂ ਤੋਂ ਜਾਣ ਤੋਂ ਰੋਕਿਆ ਜਾ ਰਿਹਾ ਸੀ, ਕਈਆਂ ਥਾਵਾਂ ਤੇ ਔਰਤ ਨੂੰ ਮਸਜਿਦਾਂ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਸੀ। ਅੱਜ ਵੀ ਔਰਤ ਜਿਹੜੀ ਹੈ ਉਹ ਮਸਜਿਦ ਵਿੱਚ ਨਹੀਂ ਜਾ ਸਕਦੀ ਹੈਗੀ ਹੈ। ਪਰ ਗੁਰੂ ਸਾਹਿਬ ਜੀ ਨੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੇ ਜਾਮੇ ਵਿੱਚ ਕਿਹਾ, ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਨ, ਪੰਥ ਨੇ ਵੀ ਜਿਹੜਾ ਬਰਾਬਰਤਾ ਦਾ ਮਾਣ ਜਿਹੜਾ ਹੈ ਉਹ ਬਖਸ਼ਿਸ਼ ਕੀਤਾ। ਪੰਥ ਨੇ ਵੀ ਉਹ ਕਿਹਾ ਹੈਗਾ ਕਿ ਭਾਈ ਭਾਵੇਂ ਉਹ ਇਸਤਰੀ ਹੈ ਭਾਵੇਂ ਉਹ ਪੁਰਸ਼ ਹੈ, ਜੋ ਅਕਾਲ ਪੁਰਖ ਨੂੰ ਮੰਨਦਾ ਹੈ। ਨੰਬਰ 2, ਠੀਕ ਹੈ। ਨੰਬਰ 3, 10 ਗੁਰੂ ਸਾਹਿਬਾਨ, ਕਿਉਂਕਿ 10 ਗੁਰੂ ਸਾਹਿਬਾਨ ਇੱਕੋ ਹੀ ਜੋਤ ਨੇ, ਠੀਕ ਹੈ ਨਾ। ਸਾਡੇ ਗੱਲ ਚੱਲਦੀ ਹੈ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਠੀਕ ਹੈ। ਤੇ ਦੂਜੀ ਗੱਲ, ਗੁਰੂ ਗ੍ਰੰਥ ਸਾਹਿਬ ਜੀ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ, ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜੀਵਨ ਦਾ ਆਧਾਰ ਬਣਾਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬਾਣੀ ਹੈ ਉਸ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਸਿੱਖ ਨੇ ਢਾਲਣਾ ਹੈਗਾ, ਠੀਕ ਹੈ। ਇਹਨੂੰ ਕਹਿੰਦੇ ਨੇ ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋ ਕਾਰ ਕਮਾਏ ਜੀ। ਜੋ ਗੁਰੂ ਕਹਿੰਦਾ ਉਸ ਕਾਰ ਨੂੰ ਕਮਾਣਾ ਹੈਗਾ। ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ। ਭਈ ਹੁਣ ਤੋਂ ਬਾਅਦ ਆਪਣੀ ਮਨ ਮੁਤਾਬਕ ਚੱਲਣਾ, ਹੁਣ ਤੋਂ ਬਾਅਦ ਤਾਂ ਗੁਰੂ ਕੀ ਸਿੱਖਿਆ ਮੁਤਾਬਕ ਤੁਰਨਾ ਹੈਗਾ। ਜਿਵੇਂ ਗੁਰੂ ਸਿੱਖਿਆ ਦਿੰਦਾ ਹੈਗਾ ਉਸ ਮੁਤਾਬਕ ਕਾਰਜ ਕਰਨੇ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ, ਇਉਂ ਭਾਵੈ ਹਰ ਦਰਸਾਵੜਾ ਨ ਲੱਗੈ ਤਤੀ ਵਾਓ ਜੀਓ। ਪਾਤਸ਼ਾਹ ਕਹਿੰਦੇ ਨੇ ਇਸ ਤਰੀਕੇ ਨਾਲ ਜੀਵਨ ਨੂੰ ਤੋਰਨਾ ਹੈਗਾ। ਸੋ ਇਹਨੂੰ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਿੱਖਿਆ, 10 ਗੁਰੂ ਸਾਹਿਬਾਨ ਦੀ ਸਿੱਖਿਆ। ਤੇ ਅੱਗੇ ਹੈ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੋਵੇ, ਠੀਕ ਹੈ। ਤੇ 6ਵਾਂ ਨੰਬਰ ਪੁਆਇੰਟ ਹੈ ਕਿਸੇ ਹੋਰ ਧਰਮ ਨੂੰ ਨਾ ਮੰਨਦਾ ਹੋਵੇ। ਸੋ ਜੋ ਖਾਲਸਾਈ ਜੀਵਨ 30 ਮਾਰਚ 1699 ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ, ਅੰਮ੍ਰਿਤ ਬਖਸ਼ਿਸ਼ ਕੀਤਾ, ਉਹ ਅੰਮ੍ਰਿਤ ਛਕਿਆ ਹੋਵੇ। ਅੰਮ੍ਰਿਤ ਤੋਂ ਬਿਨਾ ਸਿੱਖ ਨਹੀਂ ਕਹਾਇਆ ਜਾ ਸਕਦਾ, ਕਿਉਂਕਿ ਪਾਤਸ਼ਾਹ ਜੀ ਨੇ ਗੱਲ ਕਹੀ ਹੈ ਕਿ ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ। ਪਾਤਸ਼ਾਹ ਕਹਿੰਦੇ ਨੇ ਵੀ ਜਿਸ ਨੇ ਅੰਮ੍ਰਿਤ ਤੋਂ ਬਿਨਾ ਕੇਸ ਰੱਖੇ ਨੇ ਪਰ ਅੰਮ੍ਰਿਤ ਨਹੀਂ ਛਕਿਆ, ਪਾਤਸ਼ਾਹ ਕਹਿੰਦੇ ਉਹ ਭੇਖੀ ਹੋ ਸਕਦਾ, ਉਹ ਮੇਰਾ ਸਿੱਖ ਨਹੀਂ ਹੋ ਸਕਦਾ। ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ, ਪਾਤਸ਼ਾਹ ਕਹਿੰਦੇ ਨੇ ਉਹ ਭੇਖੀ ਹੈਗਾ, ਸਿੱਖ ਨਹੀਂ ਹੈਗਾ। ਸੋ ਸਿੱਖ ਉਹ ਹੈ ਜਿਹੜਾ ਅੰਮ੍ਰਿਤ ਛਕੇ। ਤੇ ਗੁਰੂ ਸਾਹਿਬ ਨੇ ਕਿਹਾ ਕਿਸੇ ਹੋਰ ਧਰਮ ਨੂੰ ਨਾ ਮੰਨਦਾ ਹੋਵੇ, ਕਿਸੇ ਹੋਰ ਧਰਮ ਨੂੰ ਨਹੀਂ ਮੰਨਣਾ, ਕੇਵਲ ਸਿੱਖ ਧਰਮ ਦੀ ਮਰਿਆਦਾ ਨੂੰ ਫੋਲੋ ਕਰਨਾ ਹੈਗਾ। ਸਿੱਖ ਧਰਮ ਦੀ ਜੋ ਰੋਹ ਰੀਤ ਹੈ ਉਸ ਨੂੰ ਮੰਨਣਾ ਹੈਗਾ, ਉਹ ਸਿੱਖ ਹੈਗਾ। ਇਹ ਸਿੱਖ ਦੀ ਡੈਫੀਨੇਸ਼ਨ। ਹਾਂਜੀ ਵੀਰ ਜੀ, ਇਹ ਸ਼ਖਸੀ ਤੇ ਪੰਥਕ ਰਹਿਣੀ ਦੀ ਗੱਲ ਆਉਂਦੀ ਹੈ ਇਹਦੇ ਅੰਦਰ। ਇਹ ਕੀ ਦੋ ਅਲੱਗ-ਅਲੱਗ ਚੀਜ਼ਾਂ, ਮਤਲਬ ਇਹਦੇ ਤੇ ਥੋੜਾ ਚਾਨਣਾ ਪਾਓ, ਇਹ ਕੀ ਚੀਜ਼ ਹੈ? ਬਿਲਕੁਲ ਠੀਕ ਹੈ ਜੀ। ਦੇਖੋ ਸਿੱਖ ਦੀ ਜੋ ਰਹਿਣੀ ਹੈ, ਜਿਵੇਂ ਆਪਾਂ ਸਿੱਖ ਦੀ ਪਰਿਭਾਸ਼ਾ ਸਮਝੀ ਹੈ,
ਹੁਣ ਅੱਗੇ ਸਿੱਖ ਦੀ ਰਹਿਣੀ ਪੰਥ ਨੇ ਦੋ ਪ੍ਰਕਾਰ ਦੀ ਤੈਅ ਕੀਤੀ ਹੈ, ਇੱਕ ਹੈ ਸ਼ਖਸੀ ਤੇ ਇੱਕ ਹੈ ਪੰਥਕ। ਸ਼ਖਸੀ ਕਹਿੰਦੇ ਨੇ ਪਰਸਨਲ ਲਾਈਫ ਨੂੰ ਤੇ ਪੰਥਕ ਕਹਿੰਦੇ ਨੇ ਸੋਸ਼ਲ ਲਾਈਫ ਨੂੰ, ਠੀਕ ਹੈ, ਸਮਾਜਿਕ ਜੀਵਨ ਜੀਣਾ ਹੈ। ਸੋ ਦੋਨਾਂ ਦੇ ਵਿੱਚ ਬਹੁਤ ਵੱਡਾ ਰੋਲ ਹੈ ਮਰਿਆਦਾ ਦਾ, ਔਰ ਉਹ ਦੋਨੋਂ ਜੀਵਨ ਮਰਿਆਦਾ ਮੁਤਾਬਕ ਜੀਣੇ ਹੈਗੇ ਆ। ਅਸੀਂ ਪੜ੍ਹਦੇ ਹਾਂ ਸ਼ਖਸੀ ਰਹਿਣੀ। ਸ਼ਖਸੀ ਰਹਿਣੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਇਹਦੇ ਤਿੰਨ ਪੁਆਇੰਟ ਨੇ। ਨੰਬਰ 1 ਹੈ ਨਾਮ ਬਾਣੀ ਦਾ ਅਭਿਆਸ, ਨੰਬਰ 2 ਹੈ ਗੁਰਮਤਿ ਰਹਿਣੀ, ਨੰਬਰ 3 ਹੈ ਸੇਵਾ। ਇਹ ਤਿੰਨ ਪੁਆਇੰਟ ਨੇ। ਤੇ ਜਦੋਂ ਅਸੀਂ ਸ਼ਖਸੀ ਰਹਿਣੀ ਨੂੰ ਵਿਚਾਰਾਂਗੇ ਤੇ ਨਾਮ ਬਾਣੀ ਦਾ ਅਭਿਆਸ ਅਸੀਂ ਪੜਾਂਗੇ ਤਾਂ ਇਹਦੇ ਵਿੱਚ ਲਿਖਿਆ ਹੈ ਕਿ ਸਿੱਖ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਜਾਗ ਕੇ ਇਸ਼ਨਾਨ ਕਰੇ ਅਤੇ ਅਕਾਲ ਪੁਰਖ ਦਾ ਧਿਆਨ ਕਰਦਾ ਵਾਹਿਗੁਰੂ ਨਾਮ ਜਪੇ। ਠੀਕ ਹੈ, ਹੁਣ ਗੁਰਬਾਣੀ ਨੂੰ ਵੇਖ ਲੈਂਦੇ ਆ ਵੀ ਗੁਰਬਾਣੀ ਵੀ ਇਹੀ ਕਹਿ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਤਸ਼ਾਹ ਦੀ ਬਾਣੀ, ਪਾਤਸ਼ਾਹ ਕਹਿੰਦੇ ਨੇ ਉਠਤ ਬੈਠਤ ਸੋਵਤ ਤੇ ਹਰ ਹਰ ਹਰੇ ਚੇਤ, ਵੀ ਉੱਠਦਿਆਂ ਬੈਠਦਿਆਂ ਸੌਂਦਿਆਂ ਹਰ ਵੇਲੇ ਹਰੀ ਨੂੰ ਚੇਤਨਾ ਹੈਗਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਨਾਲ ਬਾਰ-ਬਾਰ ਪ੍ਰਮਾਤਮਾ ਦੇ ਸਿਮਰਨ ਦੀ ਗੱਲ ਕੀਤੀ ਹੈ। ਹਰ ਸਿਮਰਨ ਕੀ ਸਗਲੀ ਬੇਲਾ। ਸੋ ਪਾਤਸ਼ਾਹ ਕਹਿੰਦੇ ਨੇ ਭਈ ਵੈਸੇ ਤਾਂ ਤੁਸੀਂ ਕਿਸੇ ਵੇਲੇ ਵੀ ਸਿਮਰਨ ਕਰ ਸਕਦੇ, ਪਰ ਇੱਕ ਖਾਸ ਵੇਲਾ ਹੈ, ਉਹ ਹੈ ਅੰਮ੍ਰਿਤ ਵੇਲਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਕਰਤੇ ਪੁਰਖ ਦੀਆਂ ਵਡਿਆਈਆਂ ਦੀ ਵਿਚਾਰ ਜੇ ਅਸੀਂ ਅੰਮ੍ਰਿਤ ਵੇਲੇ ਕਰਾਂਗੇ ਤਾਂ ਮਨ ਹੋਰ ਵਧੇਕ ਜੁੜਦਾ ਹੈਗਾ। ਕਿਉਂ ਜੁੜਦਾ ਹੈ? ਕਿਉਂਕਿ ਉਹ ਵੇਲਾ ਹੈ ਜਦੋਂ ਖਵਾਇਸ਼ਾਂ ਮਰੀਆਂ ਹੁੰਦੀਆਂ ਨੇ। ਠੀਕ ਹੈ, ਉਸ ਵੇਲੇ ਬੰਦਾ ਜਿਹੜਾ ਜਦੋਂ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਚਿਤਾਰਦਾ ਹੈ ਤਾਂ ਮਨ ਵਧੇਰੇ ਜੁੜਦਾ ਹੈਗਾ। ਸੋ ਅੰਮ੍ਰਿਤ ਵੇਲੇ ਅਸੀਂ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਨਾ ਹੈਗਾ। ਤੇ ਇਸ ਵੇਲੇ ਅੱਗੇ ਫਿਰ ਲਿਖਿਆ ਨੰਬਰ 2 ਪੁਆਇੰਟ ਵਿੱਚ ਕਿ ਨਿਤਨੇਮ ਦਾ ਪਾਠ ਕਰੇ। ਨਿਤਨੇਮ ਦੀਆਂ ਬਾਣੀਆਂ ਇਸ਼ਨਾਨ ਪਾਣੀ ਕਰਕੇ ਫਿਰ ਉਹ ਨਿਤਨੇਮ ਦਾ ਪਾਠ ਕਰੇ। ਤੇ ਨਿਤਨੇਮ ਦੀਆਂ ਬਾਣੀਆਂ ਫਿਰ ਪੰਥ ਨੇ ਨਿਯਤ ਕੀਤੀਆਂ ਨੇ, ਕਿਸੇ ਇੱਕ ਦੋ ਵਿਅਕਤੀ ਨੇ ਨਹੀਂ ਕੀਤੀਆਂ। ਇਹ ਜੋ ਪਿੱਛੇ ਆਪਾਂ ਜ਼ਿਕਰ ਕਰਦੇ ਆਏ ਆ, ਇਹ ਉਹਨਾਂ ਸਾਰੇ ਜਥੇਬੰਦੀਆਂ ਨੇ, ਭਾਵੇਂ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਰੱਖਦਾ ਸੀਗਾ, ਉਹਨਾਂ ਨੇ ਫਿਰ ਅਕਾਲ ਤਖਤ ਸਾਹਿਬ ਤੇ ਇਹ ਪੰਥ ਪ੍ਰਮਾਣਿਤ ਰਹਿਤ ਮਰਿਆਦਾ ਵਿੱਚ ਲਿਖ ਦਿੱਤਾ ਕਿ ਸਿੱਖ ਦਾ ਨਿਤਨੇਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਹੋਵੇਗਾ ਉਸ ਦੇ ਵਿੱਚ ਉਹਨੇ ਇਹਨਾਂ ਬਾਣੀਆਂ ਦਾ ਪਾਠ ਕਰਨਾ ਹੈ। ਜਪ ਅਸੀਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ, ਜਾਪ ਸਾਹਿਬ ਅਤੇ 10 ਸਵਈਏ। 10 ਸਵਈਆਂ ਤੋਂ ਭਾਵ ਹੈ ਸ਼ਰਾਵਕ ਸ਼ੁੱਧ ਵਾਲੇ, ਠੀਕ ਹੈ, ਜਿਹੜੇ ਕਿ ਦਸਮ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਨੇ। ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ ਹਨ। ਸੋਦਰ ਰਹਿਰਾਸ ਸ਼ਾਮ ਵੇਲੇ ਸੂਰਜ ਡੁੱਬਣ ਸਮੇਂ ਪੜ੍ਹਨੀ ਹੈ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ। ਰਹਿਰਾਸ ਸਾਹਿਬ ਦੀ ਬਣਤਰ ਅੱਗੇ ਦੱਸੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ 9 ਸ਼ਬਦ ਸੋਦਰ ਤੋਂ ਲੈ ਕੇ ਸ਼ਰਨ ਪਰੇ ਕੀ ਰਾਖੋ ਸ਼ਰਮਾ ਤੱਕ, ਬੇਨਤੀ ਚੌਪਈ ਪਾਤਸ਼ਾਹੀ ਦਸਵੀਂ, ਹਮਰੀ ਕਰੋ ਹਾਥ ਦੇ ਰਕਸ਼ਾ ਤੋਂ ਲੈ ਕੇ ਦੁਸ਼ਟ ਦੋਗ ਤੇ ਲਹੋ ਬਚਾਈ ਤੱਕ। ਫਿਰ ਅੱਗੇ ਸਵਈਆ ਪਾਏ ਗਏ ਜਬ ਤੇ ਤੁਮਰੇ ਅਤੇ ਦੋਹਰਾ ਸਗਲ ਦੁਆਰ ਕੋ ਛਾੜ ਕੇ, ਆਨੰਦ ਦੀਆਂ ਪਹਿਲੀਆਂ 5 ਪੌੜੀਆਂ ਤੇ ਅੰਤਰਲੀ 1 ਪੌੜੀ, ਉਸ ਤੋਂ ਬਾਅਦ ਮੁੰਦਾਵਣੀ ਤੇ ਸ਼ਲੋਕ ਮਹਿਲਾ 5ਵਾਂ, 13 ਕੀਤਾ ਜਾਤੋ ਨਹੀਂ ਤੱਕ। ਇਸ ਮੌਕੇ ਤੇ ਜਾਂ ਦੀਵਾਨ ਤੇ ਜੋ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ ਉਸ ਦਾ ਭਾਵ ਕੇਵਲ ਗੁਰੂ ਸਾਹਿਬ ਦੇ ਮਿਲਾਪ ਲਈ ਖੁਸ਼ੀ ਤੇ ਧੰਨਵਾਦ ਕਰਨਾ ਹੁੰਦਾ ਹੈ। ਤੇ ਰਾਤੀ ਸੋਹਲੇ ਬਾਣੀ ਦਾ ਪਾਠ ਪੜ੍ਹ ਕੇ ਸੋਣਾ ਹੈ। ਠੀਕ ਹੈ, ਸੋ ਇੱਥੇ ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਸੱਜਣੇ ਕਹਿੰਦੇ ਨੇ ਜੀ ਇਹ ਤੇ ਅੰਮ੍ਰਿਤ 3 ਬਾਣੀਆਂ ਦੀ ਗੱਲ ਕੀਤੀ ਹੈ ਨਿਤਨੇਮ ਵਿੱਚ। ਨਿਤਨੇਮ ਚ 3 ਬਾਣੀਆਂ ਦਾ ਗੱਲ ਨਹੀਂ ਹੈ। ਨਿਤ ਪਲਸ ਨੇਮ ਜੋ ਹਰ ਰੋਜ਼ ਕਰਨਾ ਹੈਗਾ ਉਹਦੀ ਗੱਲ ਕੀਤੀ। ਅਸੀਂ ਕਈ ਵਾਰ 2 ਚੀਜ਼ਾਂ ਨੂੰ ਇਕੱਠੀਆਂ ਕਰ ਦਿੰਦੇ ਹਾਂ। ਸ਼ਬਦ ਅਸੀਂ ਅੰਮ੍ਰਿਤ ਵੇਲਾ ਵਰਤ ਰਹੇ ਹੁੰਦੇ ਆ, ਪਰ ਅਸੀਂ ਗੱਲ ਨਿਤਨੇਮ ਦੀ ਕਰ ਰਹੇ ਹੁੰਦੇ ਹਾਂ। ਨਿਤ ਪਲਸ ਨੇਮ ਦਾ ਅਰਥ ਹੈ ਨਿਤਾਂ ਪ੍ਰਤੀ, ਹਰ ਰੋਜ਼, ਐਵਰੀਡੇ ਸਾਨੂੰ 5 ਬਾਣੀਆਂ ਦਾ ਪਾਠ ਕਰਨਾ ਅਤ ਲਾਜ਼ਮੀ ਹੈ, ਅਤ ਜ਼ਰੂਰੀ ਹੈ। ਅੱਗੇ ਚੱਲ ਕੇ ਜਦੋਂ ਅਸੀਂ ਅੰਮ੍ਰਿਤ ਸੰਚਾਰ ਦਾ ਚੈਪਟਰ ਪੜਾਂਗੇ ਤੇ
ਜੋ ਪੰਜ ਪਿਆਰੇ ਨੇ ਉਹ ਸਾਨੂੰ ਮਰਿਆਦਾ ਦ੍ਰਿੜ ਕਰਾਉਂਦੇ ਨੇ। ਉਹ ਉੱਥੇ ਲਿਖਿਆ ਹੋਇਆ ਘੱਟੋ ਘੱਟ ਇਹਨਾਂ ਬਾਣੀਆਂ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ। ਘੱਟ ਤੋਂ ਘੱਟ, ਭਈ ਜਿਹੜਾ ਇਹ ਨਹੀਂ ਕਰ ਸਕਦਾ ਉਹ ਸਿੱਖ ਨਹੀਂ ਹੈ, ਸਿੱਧੀ ਜੀ ਗੱਲ ਹੈ। ਘੱਟ ਤੋਂ ਘੱਟ, ਵੱਧ ਤੋਂ ਵੱਧ ਤੁਸੀਂ ਭਾਵੇਂ ਸ਼ਾਮ ਨੂੰ ਪੜ੍ਹ ਲਓ ਹੋਰ ਬਾਣੀਆਂ ਤੇ ਭਾਵੇਂ ਅੰਮ੍ਰਿਤ ਵੇਲੇ ਪੜ੍ਹ। ਅੰਮ੍ਰਿਤ ਵੇਲੇ ਜੇ 3 ਬਾਣੀਆਂ ਹੈਗੀਆਂ ਨੇ ਤੇ ਤੁਹਾਡੇ ਕੋਲ ਸਮਾਂ ਹੈਗਾ ਹੈ ਤਾਂ ਤੁਸੀਂ ਵੱਧ ਤੋਂ ਵੱਧ ਵੀ ਪੜ੍ਹ ਸਕਦੇ ਹੋ। ਗੁਰੂ ਪੰਥ ਨੇ ਇਹ ਫੈਸਲਾ ਬੜਾ ਪਿਆਰਾ ਕੀਤਾ ਹੈ। ਅਜੋਕੇ ਸਮੇਂ ਵੀ ਤੁਸੀਂ ਦੇਖੋ ਦੌੜ ਭੱਜ ਕਿੰਨੀ ਹੈਗੀ ਹੈ। ਅੱਜ ਗੱਲਾਂ ਤਾਂ ਅਸੀਂ ਵੱਡੀਆਂ ਵੱਡੀਆਂ ਕਰਦੇ ਹਾਂ, ਪਰ ਅਸੀਂ ਸਮਾਂ ਕਿੰਨਾ ਕੁ ਦਿੰਦੇ ਹਾਂ ਧਰਮ ਵਾਸਤੇ, ਨਿਤਨੇਮ ਵਾਸਤੇ, ਜਾਪ ਕਰਨ ਵਾਸਤੇ, ਸਿਮਰਨ ਕਰਨ ਵਾਸਤੇ ਕਿੰਨਾ ਕੁ ਸਮਾਂ ਅਸੀਂ ਬਖਸ਼ਿਸ਼ ਕਰਦੇ ਹਾਂ। ਇਹ ਅਸੀਂ ਮੇਰੇ ਸਮੇਤ ਅਸੀਂ ਦੇਖੀਏ ਕਿ ਦੌੜ ਭੱਜ ਦੀ ਜ਼ਿੰਦਗੀ ਵਿੱਚ ਅੱਜ ਤੇ ਲੋਕਡਾਊਨ ਲੱਗਿਆ ਹੋਇਆ, ਅੱਜ ਸਹਿਜ ਪਾਠ ਕਰ ਰਹੇ ਹਾਂ, ਕਰਨਾ ਚਾਹੀਦਾ, ਮੁਬਾਰਕ ਹੈ। ਹੋਰ ਬਾਣੀਆਂ ਪੜ੍ਹ ਰਹੇ ਹਾਂ, ਕਿੰਨੇ ਗ੍ਰੰਥ ਪੜ੍ਹ ਰਹੇ ਹੈਗੇ ਆ, ਹੋਰ ਕਿਤਾਬਾਂ ਪੜ੍ਹ ਰਹੇ ਹਾਂ। ਪਰ ਜਦੋਂ ਲੋਕਡਾਊਨ ਖੁੱਲ ਗਿਆ ਉਸ ਵੇਲੇ ਕਿੰਨਾ ਕੁ ਸਮਾਂ ਹੋਏਗਾ ਸਾਡੇ ਕੋਲ। ਸੋ ਬਹੁਤ ਘੱਟ ਸਮਾਂ ਹੁੰਦਾ ਹੈ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ। ਜੋ ਬੰਦਾ ਸਵੇਰ ਤੋਂ ਨਿਕਲਦਾ ਸ਼ਾਮੀ ਘਰ ਵਾਪਸ ਆਉਂਦਾ ਹੈਗਾ। ਸੋ ਪੰਥ ਨੇ ਬੜਾ ਸੋਚ ਕੇ ਇਹ ਫੈਸਲਾ ਕੀਤਾ ਹੈ ਕਿ ਭਾਈ ਘੱਟ ਤੋਂ ਘੱਟ 3 ਬਾਣੀਆਂ। ਹਾਂ ਤੁਹਾਡੇ ਕੋਲ ਸਮਾਂ ਹੈ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਸਕਦੇ ਹੋ, ਤੁਸੀਂ ਆਸਾ ਕੀ ਵਾਰ ਦਾ ਪਾਠ ਵੀ ਕਰ ਸਕਦੇ ਹੋ, ਤੁਸੀਂ ਸ਼ਬਦ ਹਜ਼ਾਰਿਆਂ ਦਾ ਪਾਠ ਕਰ ਸਕਦੇ ਹੋ, ਤੁਸੀਂ ਸਿੱਧ ਗੋਸ਼ਟ ਦਾ ਪਾਠ ਕਰ ਸਕਦੇ ਹੋ। ਜਿੰਨੀ ਵੱਧ ਤੋਂ ਵੱਧ ਬਾਣੀ ਪੜੋਗੇ ਉਹਦਾ ਲਾਭ ਹੀ ਲਾਭ ਹੋਣਾ ਹੈ, ਕੋਈ ਘਾਟਾ ਨਹੀਂ ਹੋਣਾ। ਤੇ ਸ਼ਾਮ ਨੂੰ ਜੇ 2 ਬਾਣੀਆਂ ਬਖਸ਼ਿਸ਼ ਕੀਤੀਆਂ ਤੇ ਇਹ ਮਰਿਆਦਾ ਗੁਰੂ ਸਾਹਿਬ ਨੇ ਕਿਹਾ ਘੱਟੋ ਘੱਟ ਇਹ ਸ਼ਾਮ ਨੂੰ ਸੂਰਜ ਡੁੱਬਣ ਸਮੇਂ ਰਹਿਰਾਸ ਸਾਹਿਬ, ਰਾਤ ਨੂੰ ਸੌਣ ਸਮੇਂ ਸੋਹਲਾ ਸਾਹਿਬ। ਪਰ ਵਧੀਕ ਵੀ ਤੁਸੀਂ ਪੜ੍ਹ ਸਕਦੇ ਹੋ। ਕਈ ਸੱਜਣ ਹੈਗੇ ਨੇ ਜਿਹੜੇ ਸ਼ਾਮ ਨੂੰ ਹੋਰ ਬਾਣੀਆਂ ਵੀ ਪੜ੍ਹਦੇ ਨੇ, ਮੁਬਾਰਕ ਹੈ। ਉਹਨਾਂ ਦੇ ਚਰਨਾਂ ਤੋਂ ਅਸੀਂ ਬਲਿਹਾਰ ਜਾਈਏ ਕਿ ਉਹਨਾਂ ਕੋਲ ਸਮਾਂ ਹੈਗਾ। ਪਰ ਜਿਨ੍ਹਾਂ ਕੋਲ ਸਮਾਂ ਨਹੀਂ ਹੈ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਇਹ ਮਾਫ ਨਹੀਂ ਹੈ ਵੀ ਉਹਨਾਂ ਨੇ ਇਹ ਬਾਣੀਆਂ ਦਾ ਪਾਠ ਕਰਕੇ ਸੋਣਾ ਹੀ ਸੋਣਾ ਹੈਗਾ। ਇਹ ਵਿਚਾਰ ਹੈਗੇ, ਇਹਦੇ ਉੱਤੇ ਝਗੜੇ ਵਾਲੀ ਕੋਈ ਗੱਲ ਨਹੀਂ ਹੈਗੀ ਹੈ। ਸੋ ਸਿੰਪਲ ਹੈ ਕਿ ਉਹਨਾਂ ਨੇ ਕਿਹਾ ਘੱਟੋਂ ਘੱਟ ਇਹ ਜ਼ਰੂਰੀ ਹੈਗਾ, ਇਹ ਤਾਂ ਲਾਜ਼ਮੀ ਹੀ ਹੈਗਾ, ਇਸ ਤੋਂ ਛੁੱਟ ਨਹੀਂ ਹੈ। ਜਿਵੇਂ ਨਿਸ਼ਾਨੇ ਇਹ ਸਿੱਖੀ 5 ਹਰਫ ਕਾਫ ਹਰਗਿਜ਼ ਨਾ ਬਾਸਿਤ, ਇਹ 5 ਮਾਫ ਵੀ ਸਿੱਖੀ ਦੀਆਂ ਇਹ 5 ਕਕਾਰੀ ਨਿਸ਼ਾਨੀਆਂ ਇਹ ਕਿਸੇ ਨੂੰ ਮਾਫ ਨਹੀਂ, ਹਰਗਿਜ਼ ਨਾ ਬਾਸ, ਬਿਲਕੁਲ ਵੀ ਮਾਫ ਨਹੀਂ। ਇਸ ਤੋਂ ਵੱਧ ਤੁਸੀਂ ਹੋਰ ਵੀ ਪਹਿਨ ਸਕਦੇ ਹੋ। ਹੁਣ ਜੇ 5 ਕਕਾਰ ਪਾਏ ਨੇ ਤੇ ਕੋਈ ਵੱਡੀ ਸ੍ਰੀ ਸਾਹਿਬ ਰੱਖੇ ਤੇ ਕੋਈ ਮਨਾਹੀ ਥੋੜਾ ਨਾ ਰੱਖ ਸਕਦਾ ਹੈ, ਮੁਬਾਰਕ ਹੈ। ਕੋਈ ਹੋਰ ਸ਼ਸਤਰ ਰੱਖ ਸਕਦਾ ਹੈ ਆਪਣੀ ਸੇਫਟੀ ਵਾਸਤੇ, ਲਾਇਸੈਂਸੀ ਸ਼ਸਤਰ ਰੱਖ ਸਕਦਾ, ਇਹ ਤਾਂ ਵੱਧ ਤੋਂ ਵੱਧ ਤੁਸੀਂ ਆਪਣੀ ਸੇਫਟੀ ਵਾਸਤੇ। ਪਰ ਜੋ 5 ਕਕਾਰੀ ਵਰਦੀ ਇਹ ਤੇ ਰੱਖਣੀ ਹੀ ਰੱਖਣੀ, ਇਹ ਤੇ ਲਾਜ਼ਮੀ ਹੈ, ਇਹਨਾਂ ਤੋਂ ਬਿਨਾ ਉਹ ਸਿੱਖ ਨਹੀਂ ਕਹਾ ਸਕਦਾ। ਠੀਕ ਹੈ ਜੀ। ਸੋ ਅਸੀਂ ਅੱਜ ਦੀ ਵਿਚਾਰ ਵਿੱਚ ਇਹ ਦੇਖਿਆ ਹੈ ਕਿ ਜੋ ਸਖਸ਼ੀ ਰਹਿਣੀ ਦੇ ਅਧੀਨ ਜੋ ਪੁਆਇੰਟ ਹੈਗਾ ਨਾਮ ਬਾਣੀ ਦਾ ਅਭਿਆਸ, ਇਹ ਉਸ ਦੇ ਵਿੱਚ ਅਸੀਂ ਨਿਤਨੇਮ ਦੀ ਬਾਣੀਆਂ ਦੇ ਉੱਤੇ ਜੋ ਪੰਥ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਜੀ। ਇਹਦੇ ਵਿੱਚ ਸਹਿਜ ਪਾਠ ਦਾ ਵੀ ਜ਼ਿਕਰ ਆਉਂਦਾ ਕਿ ਸਹਿਜ ਪਾਠ ਵੀ ਹਰ ਸਿੱਖ ਨੂੰ ਰੱਖਣਾ ਚਾਹੀਦਾ ਹੈ, ਰੋਜ਼ ਕਰਨਾ ਚਾਹੀਦਾ ਹੈ। ਵੀਰ ਜੀ ਅੱਗੇ ਅੱਗੇ ਜਿਉਂ ਆਪਾਂ ਵਧਾਂਗੇ ਹੌਲੀ ਹੌਲੀ ਤੇ ਫਿਰ ਉਹਦੇ ਵਿੱਚ ਸਹਿਜ ਪਾਠ ਦਾ ਜ਼ਿਕਰ ਆਏਗਾ ਕਿ ਹਰ ਇੱਕ ਸਿੱਖ ਨੂੰ ਆਪਣਾ ਚੰਗਾ ਹੋਵੇ, ਕਿ ਹਰ ਇੱਕ ਸਿੱਖ ਨੂੰ ਆਪਣਾ ਸਹਿਜ ਪਾਠ ਜਾਰੀ ਰੱਖਣਾ ਚਾਹੀਦਾ ਹੈ। ਕਿਵੇਂ ਸਹਿਜ ਪਾਠ ਰੱਖਣਾ ਹੈਗਾ, ਕਿਵੇਂ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੁੰਦੀ ਹੈ, ਭੋਗ ਇਤਿਆਦਿ, ਉਹ ਸਾਰੇ ਪੁਆਇੰਟ ਰਹਿਤ ਮਰਿਆਦਾ ਵਿੱਚ ਆਉਂਦੇ ਚਲੇ ਜਾਣਗੇ। ਹਰ ਇੱਕ ਸਵਾਲ ਦਾ ਜਵਾਬ ਜਿਹੜਾ ਉਹ ਰਹਿਤ ਮਰਿਆਦਾ 'ਚ ਮਿਲੇਗਾ। जी वीर जी आप जी का बहुत बहुत धन्यवाद। आप जी ने इस जो मर्यादा हैगी इस ते सानू चानण पा के समझाने की कोशिश की है। मैनू लगता है कि संगत नू भी काफ़ी चीज़ां क्लीयर होणगियां। अगर कोई किसी तरह की किसी नू कोई वो होए ते सिख रहत मर्यादा खोल के पढ़ सकता है, जो कि अकाल तख्त साहिब तो साढ़े सारियां ते लागू है और जारी की गई है। आप जी का वीर जी बहुत बहुत धन्यवाद। ते आस करते हैं ये लड़ी असी फिर अगे जी है चलाते रहेंगे, संगत नूं इहदे नाल रूबरू करते रहेंगे। संगत जी आप जी नूं बेनती है, अगर आप जी नूं ये वीडियो पसंद आए तो इनू लाइक शेयर ते सबसक्राइब जरूर करना, ताकि आपनूं इस तरह की चीज़ां होर अगों सानूं भी उत्साह मिलता असीं चानण पाते रहिए ते आप जी की सेवा करते रहिए। जी वाहिगुरू जी का खालसा, वाहिगुरू जी की फतेह।